ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਕੰਪਿਊਟਰ ਦੀ ਜੋ ਮੌਕ ਟੈਸਟ ਸੀਰੀਜ਼ ਚਲਾਈ ਹੋਈ ਹੈ ਉਹਦਾ ਫਰਦਰ ਅਗਲਾ ਸੈਸ਼ਨ ਕੰਟੀਨਿਊ ਕਰਾਂਗੇ, ਜੋ ਕਿ ਤੁਹਾਨੂੰ ਆਉਣ ਵਾਲੇ ਜਿੰਨੇ ਕੁ ਵੀ ਪੰਜਾਬ ਦੇ ਨਾਲ ਸੰਬੰਧਿਤ ਪੇਪਰ ਨੇ ਤਾਂ ਕੰਪਿਊਟਰ ਹੈ ਜਿਹੜਾ 15 ਤੋਂ 20 ਨੰਬਰ ਦਾ ਆਉਂਦਾ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰੂਗਾ। ਤਾਂ ਇਹ ਜਿਹੜੇ ਕੁਐਸਚਨਸ ਨੇ ਇਹਨਾਂ ਦੇ ਵਿੱਚ ਬੇਸਿਕਲੀ ਮੈਂ ਕੁਐਸਚਨਸ ਨਹੀਂ ਤਾਂ ਹੋਰ ਵੀ ਜਿਹੜੇ ਬਣਦੇ ਕੁਐਸਚਨਸ ਜਾਂ ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਕੁਐਸਚਨ ਜਿਹੜੇ ਆਏ ਹੋਏ ਨੇ ਮੈਂ ਉਹ ਇਹਦੇ ਨਾਲ ਦੱਸਦਾ ਰਹਿਣਾ ਅਤੇ ਰਿਵੀਜ਼ਨ ਕਰਾਉਣਾ ਮੇਰਾ ਮਕਸਦ ਹੈ। ਤਾਂ ਮੈਂ ਇੱਕ ਕੁਐਸਚਨ ਨੂੰ ਘੱਟੋ ਘੱਟ ਇੱਕ ਵੀਡੀਓ ਦੇ ਵਿੱਚ ਹੀ 2 ਤੋਂ 3 ਵਾਰ ਰਿਵਾਈਜ਼ ਕਰਾਉਂਦਾ ਹੀ ਰਹਿਣਾ, ਤਾਂ ਨਾਲ ਮਿਲਦੀ ਜੁਲਦੀ ਰਿਲੇਟਡ ਇਨਫੋਰਮੇਸ਼ਨ ਹੈ ਜਿਹੜੀ ਉਹ ਦੱਸਦਾ ਰਹਿਣਾ। ਤਾਂ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤਾਂ ਚੱਲਦੇ ਹਾਂ ਆਪਾਂ ਪਹਿਲੇ ਕੁਐਸਚਨ ਦੇ ਵੱਲ। ਹੂ ਅਮੰਗ ਦਾ ਫੋਲੋਇੰਗ ਇਜ਼ ਔਡ ਵਨ, ਕਹਿੰਦਾ ਹੇਠ ਲਿਖਿਆਂ ਵਿੱਚੋਂ ਦੱਸੋ ਕਿਹੜੀ ਚੀਜ਼ ਅਲੱਗ ਦੀ ਹੈ, ਔਡ ਹੈ। ਠੀਕ ਹੈ ਜੀ ਗੱਲ। ਤਾਂ ਆਪਾਂ ਦੇਖਦੇ ਹਾਂ ਜੀ ਮਾਊਸ, ਤਾਂ ਕਿਵੇਂ ਆਪਾਂ ਨੂੰ ਪਤਾ ਲੱਗੂਗਾ ਮਾਊਸ ਕੀ ਹੈ ਜੀ, ਇਨਪੁਟ ਡਿਵਾਈਸ ਹੈ ਜੀ। ਸਕੈਨਰ ਹੈ ਜਿਹੜਾ ਇਹ ਵੀ ਇਨਪੁਟ ਡਿਵਾਈਸ ਹੈ। ਪ੍ਰਿੰਟਰ ਹੈ ਜਿਹੜਾ ਇਹ ਕੀ ਹੈ ਜੀ, ਆਊਟਪੁੱਟ ਡਿਵਾਈਸ ਹੈ। ਕੀਬੋਰਡ ਹੈ ਜਿਹੜਾ ਉਹ ਇਨਪੁਟ ਡਿਵਾਈਸ ਹੈ। ਤਾਂ ਇਹਨਾਂ ਵਿੱਚ ਔਡ ਕਿਹੜਾ ਹੋਇਆ ਜੀ, ਬਾਕੀ ਸਾਰੀਆਂ ਇਨਪੁਟ ਨੇ, ਸਿਰਫ ਅਤੇ ਸਿਰਫ ਪ੍ਰਿੰਟਰ ਹੈ ਜਿਹੜਾ ਉਹ ਕੀ ਹੈ ਜੀ, ਆਊਟਪੁੱਟ ਡਿਵਾਈਸ ਹੈ। ਠੀਕ ਹੈ ਜੀ ਗੱਲ। ਦੋ ਤਰ੍ਹਾਂ ਦੀਆਂ ਡਿਵਾਈਸਿਸ ਹੁੰਦੀਆਂ ਨੇ ਜੀ, ਇੱਕ ਇਨਪੁਟ ਇੱਕ ਆਊਟਪੁੱਟ। ਇਨਪੁਟ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਜਾਂਦੀਆਂ, ਮਾਊਸ ਆ ਜਾਂਦਾ ਹੈ, ਕੀਬੋਰਡ ਆ ਜਾਂਦਾ ਹੈ, ਠੀਕ ਹੈ ਜੀ, ਤੁਹਾਡਾ MICR ਆ ਜਾਂਦਾ ਹੈ, ਠੀਕ ਹੈ, ਸਕੈਨਰ ਆ ਜਾਂਦਾ ਜੀ, ਠੀਕ ਹੈ। ਤਾਂ ਇਹ ਸਾਰੀਆਂ ਚੀਜ਼ਾਂ ਕੀ ਨੇ ਜੀ, ਇਨਪੁਟ ਦੇ ਵਿੱਚ ਆਉਂਦੀਆਂ ਨੇ। ਆਊਟਪੁੱਟ ਦੇ ਵਿੱਚ ਜਿਵੇਂ ਪ੍ਰਿੰਟਰ ਵਗੈਰਾ ਆ ਗਏ, ਠੀਕ ਹੈ ਜੀ ਗੱਲ। ਤਾਂ ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਤਾਂ C ਆਪਸ਼ਨ ਹੈ ਜਿਹੜਾ ਇਹਦਾ ਸਹੀ ਆਨਸਰ ਆਊਗਾ। ਠੀਕ ਹੈ ਜੀ ਗੱਲ। ਤਾਂ ਪ੍ਰਿੰਟਰ ਹੈ ਜਿਹੜੇ, ਮੈਂ ਪ੍ਰਿੰਟਰ ਤੋਂ ਮੈਨੂੰ ਇੱਕ ਕੁਐਸਚਨ ਯਾਦ ਆ ਗਿਆ, ਪੇਪਰ 'ਚ ਪੁੱਛ ਲੈਂਦੇ ਪ੍ਰਿੰਟਰ ਕਿੰਨੇ ਤਰ੍ਹਾਂ ਦੇ ਹੁੰਦੇ ਆ, ਤਾਂ ਤੁਸੀਂ ਕਹੋਗੇ ਜੀ 2 ਤਰ੍ਹਾਂ ਦੇ ਹੁੰਦੇ ਨੇ। ਠੀਕ ਹੈ, ਤਾਂ ਇੱਕ ਹੁੰਦੇ ਜੀ ਇੰਪੈਕਟ ਪ੍ਰਿੰਟਰ, ਦੂਜੇ ਕਿਹੜੇ ਹੁੰਦੇ ਆ ਜੀ, ਨੋਨ ਇੰਪੈਕਟ ਪ੍ਰਿੰਟਰ। ਠੀਕ ਹੈ ਜੀ ਗੱਲ। ਇਹ ਗੱਲ ਤੁਸੀਂ ਜਿਹੜੀ ਹੈਗੀ ਯਾਦ ਰੱਖੋਗੇ। ਕੁਛ ਕੁ ਆਪਾਂ ਇਨਵੈਂਸ਼ਨਸ ਜਾਂ ਫਾਊਂਡਰਸ ਯਾਦ ਰੱਖ ਲੈਂਦੇ ਹਾਂ, ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ। ਜਿਵੇਂ ਆਪਸ਼ਨ ਦੇ ਵਿੱਚ ਪਿਆ ਜੀ ਮਾਊਸ, ਤਾਂ ਪੇਪਰ 'ਚ ਪੁੱਛ ਲੈਂਦਾ ਹੂ ਇਜ਼ ਇਨਵੈਂਟਰ ਆਫ ਮਾਊਸ। ਠੀਕ ਹੈ ਜੀ। ਤਾਂ ਤੁਸੀਂ ਕਹੋਗੇ ਜੀ ਮਾਊਸ ਨੂੰ ਇਨਵੈਂਟ ਕਰਨ ਵਾਲਾ ਕੌਣ ਸੀਗਾ ਜੀ, ਤਾਂ ਤੁਸੀਂ ਕਹੋਗੇ ਡਗਲਸ ਐਲੈਂਗਬਰਟ। ਠੀਕ ਹੈ ਜੀ ਗੱਲ। ਅਤੇ ਹੋਰ ਕੀਬੋਰਡ ਦਾ ਰੱਖ ਸਕਦੇ ਹੋ ਤੁਸੀਂ ਯਾਦ ਜੀ, ਲੈਥਮ ਸ਼ੌਲਜ਼। ਠੀਕ ਹੈ ਜੀ ਗੱਲ, ਭੁੱਲਣਾ ਨਹੀਂ ਹੈਗਾ। ਕੀਬੋਰਡ ਹੈ ਜਿਹੜਾ, ਇਹਦੇ ਵਿੱਚ ਸਾਰਿਆਂ ਨਾਲੋਂ ਲੰਮੀ ਕੀ ਕਿਹੜੀ ਹੁੰਦੀ ਹੈ ਜਿਹੜੀ, ਉਹ ਹੁੰਦੀ ਹੈ ਜੀ ਸਪੇਸ ਕੀ ਹੁੰਦੀ ਹੈ। ਇਹ ਵੀ ਗੱਲ ਤੁਹਾਨੂੰ ਪਤਾ ਹੈ। ਠੀਕ ਹੈ ਜੀ ਗੱਲ, ਇਹ ਵੀ ਤੁਸੀਂ ਯਾਦ ਰੱਖੋਗੇ। ਕੀਬੋਰਡ ਦੇ ਉੱਤੇ ਜਿਹੜੀਆਂ ਕੀਜ਼ ਹੁੰਦੀਆਂ ਨੇ ਉਹ 2 ਹਿੱਸਿਆਂ ਦੇ ਵਿੱਚ ਵੰਡੀਆਂ ਹੁੰਦੀਆਂ ਨੇ ਜੀ, ਕਿਹੜੀਆਂ ਕਿਹੜੀਆਂ, ਇੱਕ ਹੁੰਦੀਆਂ ਜੀ ਮੋਡੀਫਾਇਰ ਕੀਜ਼, ਇੱਕ ਹੁੰਦੀਆਂ ਜੀ ਟੋਗਲ ਕੀਜ਼। ਠੀਕ ਹੈ, ਮੋਡੀਫਾਇਰ ਕੀਜ਼ ਦੇ ਵਿੱਚ ਕਿਹੜੀਆਂ ਕਿਹੜੀਆਂ ਆ ਜਾਂਦੀਆਂ ਜੀ, 3 ਚੀਜ਼ਾਂ ਆਉਂਦੀਆਂ ਜੀ, 3 ਕੀਜ਼ ਆਉਂਦੀਆਂ ਨੇ ਮੋਡੀਫਾਇਰ ਕੀ ਦੇ ਵਿੱਚ, ਕਿਹੜੀਆਂ ਕਿਹੜੀਆਂ ਜੀ, ਅਲਟ ਕੀ, ਠੀਕ ਹੈ ਜੀ, ਸ਼ਿਫਟ ਕੀ ਅਤੇ ਤੁਹਾਡੀ ਕੰਟਰੋਲ ਕੀ। ਠੀਕ ਹੈ ਜੀ ਗੱਲ, ਯਾਦ ਰੱਖੋਗੇ। ਟੋਗਲ ਕੀ ਦੇ ਵਿੱਚ 2 ਕੀਜ਼ ਆਉਂਦੀਆਂ ਨੇ, ਕਿਹੜੀਆਂ ਕਿਹੜੀਆਂ ਜੀ, ਕੈਪਸ ਲੌਕ ਅਤੇ ਨਮ ਲੌਕ। ਕੈਪਸ ਲੌਕ ਨੱਪੋਗੇ ਤੁਸੀਂ ਤਾਂ ਸਾਰੇ ਅੱਖਰ ਹੈ ਜਿਹੜੇ ਉਹ ਕੀ ਪੈਣ ਲੱਗ ਜਾਣਗੇ, ਕੈਪੀਟਲ ਪੈਣ ਲੱਗ ਜਾਣਗੇ। ਤਾਂ ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ। ਜੇ ਤੁਹਾਨੂੰ ਪੁੱਛ ਲੈਣ ਕਿ ਐਪਲ ਕੰਪਿਊਟਰ ਦੇ ਫਾਊਂਡਰ ਕੌਣ ਨੇ ਜਾਂ ਇਨਵੈਂਟਰ ਕੌਣ ਨੇ, ਤਾਂ ਤੁਸੀਂ ਕਹੋਗੇ ਜੀ ਸਟੀਵ ਜੌਬਸ ਨੇ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਇੱਕ ਜਾਵਾ ਲੈਂਗੁਏਜ, ਠੀਕ ਹੈ ਜੀ ਗੱਲ, ਤਾਂ ਤੁਸੀਂ ਯਾਦ ਰੱਖਣੀ ਹੈ ਜੇਮਸ ਗੌਸਲਿੰਗ। ਠੀਕ ਹੈ ਜੀ ਗੱਲ। ਜਾਵਾ ਦੇ ਜਿਹੜੇ ਫਾਊਂਡਰ ਨੇ ਜਾਂ ਇਨਵੈਂਟਰ ਨੇ ਕੌਣ ਨੇ ਜੀ, ਜੇਮਸ ਗੌਸਲਿੰਗ ਨੇ। ਤਾਂ ਇਹ ਗੱਲਾਂ ਜਿਹੜੀਆਂ ਤੁਸੀਂ ਇਹ ਸਾਰੀਆਂ ਯਾਦ ਰੱਖੋਗੇ। ਵਿਚ ਇਜ਼ ਨੋਟ ਸਟੋਰੇਜ ਡਿਵਾਈਸ, ਹੇਠ ਲਿਖਿਆਂ ਵਿੱਚੋਂ ਕਿਹੜੀ ਜਿਹੜੀ ਹੈਗੀ ਆ ਉਹ ਸਟੋਰੇਜ ਡਿਵਾਈਸ ਨਹੀਂ ਹੈਗੀ। ਠੀਕ ਹੈ ਜੀ ਗੱਲ। ਤਾਂ ਆਪਾਂ ਦੇਖਦੇ ਜੀ ਪ੍ਰਿੰਟਰ ਹੈ ਜਿਹੜਾ, ਨਹੀਂ ਜੀ ਇਹ ਸਟੋਰੇਜ ਡਿਵਾਈਸ ਨਹੀਂ ਹੈਗੀ। CD ਬਿਲਕੁਲ ਹੈਗੀ ਹੈ ਜੀ, ਹਾਰਡ ਡਿਸਕ ਬਿਲਕੁਲ ਹੈਗੀ ਹੈ ਜੀ, ਫਲੋਪੀ ਡਿਸਕ ਇਹ ਵੀ ਹੈਗੀ ਹੈ, ਅਤੇ DVD ਵੀ ਕੀ ਹੈ ਜੀ, ਇਹ ਜਿਹੜੀਆਂ ਥੱਲੜੀਆਂ ਚਾਰੇ ਨੇ ਇਹ ਸਾਰੀਆਂ ਸਟੋਰੇਜ ਡਿਵਾਈਸ ਹੈ। ਤਾਂ ਪ੍ਰਿੰਟਰ ਇਹਦਾ ਜਿਹੜਾ ਆਊਗਾ ਜੀ ਉਹ ਸਹੀ ਆਨਸਰ ਆਊਗਾ, ਯਾਦ ਰੱਖੋਗੇ। ਠੀਕ ਹੈ ਜੀ ਗੱਲ। ਤਾਂ ਦੇਖੋ 2 ਤਰ੍ਹਾਂ ਦੀਆਂ ਮੈਮਰੀਜ਼ ਹੁੰਦੀਆਂ ਨੇ ਜੀ, ਇੱਕ ਪ੍ਰਾਇਮਰੀ ਮੈਮਰੀ, ਇੱਕ ਕਿਹੜੀ ਹੁੰਦੀ ਹੈ ਜੀ, ਸੈਕੰਡਰੀ ਮੈਮਰੀ। ਕਲੀਅਰ ਹੈ ਜੀ। ਪ੍ਰਾਇਮਰੀ ਮੈਮਰੀ ਹੈ ਜਿਹੜੀ ਉਹ ਕਿਹੜੀ ਮੈਮਰੀ ਹੁੰਦੀ ਹੈ, ਮੇਨ ਮੈਮਰੀ ਹੁੰਦੀ ਹੈ। ਠੀਕ ਹੈ ਜੀ ਗੱਲ, ਇਹ ਵੀ ਗੱਲ ਤੁਸੀਂ ਯਾਦ ਰੱਖੋਗੇ। ਠੀਕ ਹੈ, ਜਿਵੇਂ ਆਪਾਂ ਮਨੁੱਖੀ ਸਰੀਰ ਹੈ ਜਿਹੜਾ ਉਹ ਰੋਟੀ ਤੋਂ ਬਿਨਾਂ ਨਹੀਂ ਚੱਲ ਸਕਦਾ, ਤਾਂ ਉਵੇਂ ਜਿਹੜਾ ਕੰਪਿਊਟਰ ਉਹ ਪ੍ਰਾਇਮਰੀ ਮੈਮਰੀ ਤੋਂ ਬਿਨਾਂ ਨਹੀਂ ਚੱਲ ਸਕਦਾ। ਠੀਕ ਹੈ ਜੀ ਗੱਲ। ਤਾਂ ਇਹ ਗੱਲ ਤੁਸੀਂ ਯਾਦ ਰੱਖੋਗੇ। ਠੀਕ ਹੈ ਜੀ। ਤਾਂ ਪ੍ਰਾਇਮਰੀ ਮੈਮਰੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਜਾਂਦੀਆਂ ਜੀ, ਰੈਮ ਅਤੇ ਰੋਮ। ਠੀਕ ਹੈ ਜੀ ਗੱਲ, ਇਹ ਤੁਸੀਂ ਯਾਦ ਰੱਖੋਗੇ। ਸੈਕੰਡਰੀ ਮੈਮਰੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਜਾਂਦੀਆਂ, ਜਿਵੇਂ ਤੁਹਾਡਾ ਮੈਗਨੈਟਿਕ ਡਿਸਕ, ਮੈਗਨੈਟਿਕ ਟੇਪ। ਠੀਕ ਹੈ ਜੀ ਗੱਲ, ਆਪਟੀਕਲ ਡਿਸਕ ਅਤੇ ਤੁਹਾਡੀਆਂ ਫਲੈਸ਼ ਡਰਾਈਵ ਮੈਮਰੀਜ਼। ਇਹ ਸਾਰੀਆਂ ਕਿਹਦੀ ਐਗਜ਼ਾਮਪਲ ਨੇ ਜੀ, ਸੈਕੰਡਰੀ ਮੈਮਰੀ ਦੀਆਂ ਐਗਜ਼ਾਮਪਲ ਨੇ। ਰੈਮ ਪੇਪਰ ਦੇ ਵਿੱਚ ਪੁੱਛ ਲੈਣ ਕਿ ਫੁੱਲ ਫਾਰਮ ਹੈ ਜੀ, ਰੈਂਡਮ ਐਕਸੈਸ ਮੈਮਰੀ ਹੈ। ਰੈਮ ਹੈ ਜਿਹੜੀ ਕਿਹੜੀ ਮੈਮਰੀ ਕਹਾਉਂਦੀ ਹੈ ਜੀ, ਵੋਲਾਟਾਈਲ ਮੈਮਰੀ ਕਹਾਉਂਦੀ ਹੈ ਰੈਮ। ਠੀਕ ਹੈ ਜੀ। ਅਤੇ ਰੋਮ ਹੈ ਜਿਹੜੀ ਉਹ ਕੀ ਹੈ ਜੀ, ਨੋਨ ਵੋਲਾਟਾਈਲ ਹੈ। ਠੀਕ ਹੈ, ਇਹ ਤੁਸੀਂ ਯਾਦ ਰੱਖੋਗੇ।
ਤਾਂ ਇੰਨੀ ਕੁ ਇਨਫੋਰਮੇਸ਼ਨ ਹੈ ਜਿਹੜੀ ਉਹ ਤੁਸੀਂ ਕੀ ਹੈਗੀ ਯਾਦ ਰੱਖੋਗੇ। ਠੀਕ ਹੈ ਜੀ ਗੱਲ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਡੈਸ਼ ਇਜ਼ ਯੂਜ਼ਡ ਬਾਈ ਬੈਂਕਸ ਫॉर ਫਾਸਟਰ ਪ੍ਰੋਸੈਸਿੰਗ ਆਫ ਲਾਰਜ ਵੋਲੀਅਮ ਆਫ ਚੈੱਕਸ। ਮਤਲਬ ਚੈੱਕ ਨੂੰ ਮਤਲਬ ਟ੍ਰਾਂਜੈਕਸ਼ਨ ਹੈ ਜਿਹੜੀ ਫਾਸਟਰ ਕਰਨ ਵਾਸਤੇ, ਪ੍ਰੋਸੈਸ ਫਾਸਟ ਕਰਨ ਵਾਸਤੇ ਚੈੱਕ ਦੇ ਉੱਤੇ ਕਿਹੜੀ ਚੀਜ਼ ਹੈ ਜਿਹੜੀ ਉਹ ਵਰਤੀ ਜਾਂਦੀ ਹੈ। ਤਾਂ ਤੁਸੀਂ ਦੇਖੋਗੇ ਜੀ ਚੈੱਕ ਹੈ, ਜਿਵੇਂ ਇੱਥੇ ਨਾ ਕੋਈ ਕੋਡ ਨੰਬਰ ਜਿਹੇ ਲਿਖੇ ਹੁੰਦੇ ਨੇ 1 2 3 4 5 ਸਮਥਿੰਗ ਕੁਛ ਇਸ ਤਰ੍ਹਾਂ ਦਾ ਉਹਨਾਂ ਦਾ ਕੋਡ ਬਣਾਏ ਹੋਏ ਹੁੰਦੇ ਨੇ। ਠੀਕ ਹੈ, ਤਾਂ ਉਹਨੂੰ ਕੀ ਕਹਿੰਦੇ ਨੇ ਆਪਾਂ ਸਿੱਧੀ ਦੇਸੀ ਭਾਸ਼ਾ ਦੇ ਵਿੱਚ, ਤਾਂ ਉਹ ਕੀ ਹੈ ਜੀ, ਜਦੋਂ ਵੀ ਤੁਹਾਨੂੰ ਇਹੋ ਜਿਹਾ ਕੁਐਸਚਨ ਦਿਸੇ ਤਾਂ ਤੁਸੀਂ ਕੀ ਲਾ ਕੇ ਆਓਗੇ, MICR। ਠੀਕ ਹੈ ਜੀ ਗੱਲ। ਹੁਣ ਇਹਦਾ ਜਿਹੜਾ ਸਹੀ ਆਨਸਰ ਆਊਗਾ C ਆਪਸ਼ਨ ਆਊਗੀ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ ਗੱਲ। ਤਾਂ ਜਦੋਂ ਵੀ ਇਹੋ ਜਿਹਾ ਕੁਐਸਚਨ ਦਿਸੇ ਤਾਂ MICR। ਹੁਣ MICR ਦੀ ਪੇਪਰ ਦੇ ਵਿੱਚ ਤੁਹਾਨੂੰ ਫੁੱਲ ਫਾਰਮ ਪੁੱਛ ਲੈਂਦਾ। ਤਾਂ M 'ਤੇ ਕੀ ਆਊਗਾ ਜੀ, ਮੈਗਨੈਟਿਕ ਆਊਗਾ। ਠੀਕ ਹੈ ਜੀ। I 'ਤੇ ਕੀ ਆਊਗਾ, ਇੰਕ ਆਊਗਾ। C 'ਤੇ ਕੀ ਆਊਗਾ ਜੀ, ਕਰੈਕਟਰ ਆਊਗਾ। ਠੀਕ ਹੈ ਜੀ। R 'ਤੇ ਕੀ ਆਊਗਾ, ਰਿਕੋਗਨੀਸ਼ਨ ਆਊਗਾ। ਠੀਕ ਹੈ ਜੀ। ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ ਇਹਦੀ ਕੀ ਹੈ ਜੀ, ਫੁੱਲ ਫਾਰਮ ਹੈ। OCR ਦੀ ਫੁੱਲ ਫਾਰਮ ਪੇਪਰ 'ਚ ਪੁੱਛ ਲੂਗਾ, ਆਪਟੀਕਲ ਕਰੈਕਟਰ ਰਿਕੋਗਨੀਸ਼ਨ। OCR ਦੀ ਫੁੱਲ ਫਾਰਮ ਹੈ। ਠੀਕ ਹੈ ਜੀ। OMR ਦੀ ਫੁੱਲ ਫਾਰਮ ਕੀ ਹੈ ਜੀ, ਆਪਟੀਕਲ ਮਾਰਕ ਰੀਡਰ ਕੀ ਹੈ ਜੀ, OMR ਦੀ ਫੁੱਲ ਫਾਰਮ ਹੈ। ਠੀਕ ਹੈ। ਜਿਹੜੇ ਆਪਾਂ ਐਗਜ਼ਾਮ ਦੇ ਕੇ ਆਉਂਦੇ ਹਾਂ ਉੱਥੇ ਗੋਲੇ ਭਰ ਕੇ ਆਉਂਦੇ ਹਾਂ ਜੀ। ਠੀਕ ਹੈ। ਤਾਂ ਉਹ ਕਿਹੜੀ ਸ਼ੀਟ ਹੁੰਦੀ ਹੈ, OMR ਸ਼ੀਟ ਹੁੰਦੀ ਹੈ। ਤਾਂ ਇਹੋ ਜਿਹਾ ਵੀ ਕੁਐਸਚਨ ਹੈ ਜਿਹੜਾ ਪੇਪਰ ਦੇ ਵਿੱਚ ਆਇਆ ਹੋਇਆ ਵੀ ਐਗਜ਼ਾਮੀਨੇਸ਼ਨ ਦੇ ਵਿੱਚ ਬੇਸਿਕਲੀ ਕਿਹੜੀ ਸ਼ੀਟ ਹੈ ਜਿਹੜੀ ਉਹ ਵਰਤੀ ਜਾਂਦੀ ਹੈ, ਤਾਂ ਤੁਸੀਂ ਕਹੋਗੇ ਜੀ OMR ਸ਼ੀਟ ਵਰਤੀ ਜਾਂਦੀ ਹੈ। MICR ਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ। ਬਾਰਕੋਡ ਕੀ ਹੁੰਦਾ ਜੀ, ਬਾਰਕੋਡ ਜਿਵੇਂ ਆਪਾਂ ਨਾ ਕਿਸੇ ਮੌਲ ਵਗੈਰਾ ਦੇ ਵਿੱਚ ਸ਼ਾਪਿੰਗ ਕਰਨ ਜਾਂਦੇ ਹਾਂ ਤਾਂ ਉਹ ਆਪਣੇ ਕੀ ਕਰਦੇ ਨੇ, ਸਮਾਨ ਦੇ ਉੱਤੇ ਕੀ ਹੈ ਇੱਕ ਸਕੈਨਰ ਜਿਹਦੇ ਨਾਲ ਕੀ ਕਰਦੇ ਆ, ਸਕੈਨ ਜਿਹਾ ਕਰਦੇ ਰਹਿੰਦੇ ਨੇ, ਤਾਂ ਉਹ ਬਾਰਕੋਡ ਜੇ ਲੱਗੇ ਹੁੰਦੇ ਨੇ। ਠੀਕ ਹੈ। ਅਤੇ ਤੁਸੀਂ ਇਹ ਗੱਲ ਯਾਦ ਰੱਖਣੀ ਹੈ। ਤਾਂ ਇਹ ਜਿਹੜਾ ਸਹੀ ਆਨਸਰ ਆ ਜਾਊਗਾ ਉਹ ਕੀ ਆ ਜਾਊਗਾ ਜੀ, C ਆਪਸ਼ਨ MICR ਇਹਦਾ ਸਹੀ ਆਨਸਰ ਹੈ। ਹੂ ਇਨਵੈਂਟਡ ਐਨਾਲਿਟੀਕਲ ਇੰਜਨ। ਤਾਂ ਇਹਦਾ ਜਿਹੜਾ ਸਹੀ ਜਵਾਬ ਆਊਗਾ ਉਹ ਕੀ ਆਊਗਾ ਜੀ, ਚਾਰਲਸ ਬੇਬਜ਼ ਆਊਗਾ। ਚਾਰਲਸ ਬੇਬਜ਼ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਜੀ। 2 ਦਸੰਬਰ ਨੂੰ ਜੀ, ਦੇਖੋ ਪਹਿਲੀ ਗੱਲ ਕੀ ਹੈ, 2 ਦਸੰਬਰ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ, ਕੰਪਿਊਟਰ ਡੇ ਮਨਾਇਆ ਜਾਂਦਾ ਜੀ। ਠੀਕ ਹੈ। ਚਾਰਲਸ ਬੇਬਜ਼ ਨੂੰ ਕੀ ਕਿਹਾ ਜਾਂਦਾ ਜੀ, ਫਾਦਰ ਆਫ ਕੰਪਿਊਟਰ ਕਿਹਾ ਜਾਂਦਾ ਜੀ। ਠੀਕ ਹੈ। ਇਹਨੇ ਵਰਕ ਕਿਤੇ ਕੀਤਾ ਸੀ, ਡਿਫਰੈਂਸ ਇੰਜਨ ਤੇ ਐਨਾਲਿਟਿਕ ਇੰਜਨ 'ਤੇ। ਠੀਕ ਹੈ ਜੀ ਗੱਲ। ਤਾਂ ਦੋਨਾਂ ਦੇ ਵਿੱਚ ਕੁਛ ਵੀ ਪੁੱਛ ਲੈ ਦੱਸ ਦੋਗੇ ਤੁਸੀਂ ਸਹੀ ਆਨਸਰ। ਠੀਕ ਹੈ ਜੀ ਗੱਲ। ਇਹ ਜਿਹੜਾ ਤੁਹਾਡਾ ਕੁਐਸਚਨ ਦਾ ਜਿਹੜਾ ਆਨਸਰ ਆ ਗਿਆ C ਆ ਗਿਆ। ਠੀਕ ਹੈ ਜੀ। ਹੁਣ ਆਪਸ਼ਨ ਦੇ ਵਿੱਚ ਬਲੇਜ਼ ਪਾਸਕਲ ਪਿਆ ਹੈ। ਠੀਕ ਹੈ। ਤਾਂ ਐਡਿੰਗ ਮਸ਼ੀਨ ਹੈ ਜਿਹੜੀ, ਉਹਦਾ ਜਿਹੜਾ ਇਨਵੈਂਟਰ ਸੀ ਕੌਣ ਸੀਗਾ ਜੀ, ਬਲੇਜ਼ ਪਾਸਕਲ ਸੀਗਾ। ਠੀਕ ਹੈ। ਪਹਿਲੀ ਕੈਲਕੂਲੇਟਿੰਗ ਡਿਵਾਈਸ, ਮਤਲਬ ਪਹਿਲੀ ਕੈਲਕੂਲੇਟਿੰਗ ਕੰਪਿਊਟਿੰਗ ਡਿਵਾਈਸ ਪੇਪਰ ਦੇ ਵਿੱਚ ਪੁੱਛ ਲੈਣ ਕਿਹੜੀ ਸੀ, ਤਾਂ ਤੁਸੀਂ ਕਹੋਗੇ ਜੀ ਅਬੈਕਸ ਸੀਗੀ। ਠੀਕ ਹੈ। ਇੰਪੋਰਟੈਂਟ ਹੈ, ਅਤੇ ਸਟਾਰ ਲਾ ਲਿਓ। ਅਬੈਕਸ ਇਜ਼ ਫਸਟ ਕੈਲਕੂਲੇਟਿੰਗ ਕੰਪਿਊਟਿੰਗ ਡਿਵਾਈਸ। ਕੰਪਿਊਟਰ ਬਣਨ ਤੋਂ ਪਹਿਲਾਂ ਕੀ ਬਣਿਆ ਸੀਗਾ, ਕੈਲਕੂਲੇਟਿੰਗ ਡਿਵਾਈਸ ਸੀਗੀ ਇਹ ਕੰਪਿਊਟਰ ਇੱਕ। ਠੀਕ ਹੈ। ਤਾਂ ਉਹਨਾਂ ਨੇ ਕੀ ਬਣਾਇਆ ਸੀ, ਅਬੈਕਸ ਆ ਜਿਹੜਾ ਉਹ ਬਣਾਇਆ ਸੀ। ਇਹ ਗੱਲ ਤੁਸੀਂ ਯਾਦ ਰੱਖੋਗੇ। ਠੀਕ ਹੈ। ਹਰਮਨ ਹੋਲੀਰਥ। ਤਾਂ ਇਹ ਪੇਪਰ 'ਚ ਕਈ ਵਾਰ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਇਹਨੇ ਕੀ ਇਨਵੈਂਟ ਕੀਤਾ ਜੀ, ਪੰਚਡ ਕਾਰਡ। ਪੰਚਡ ਕਾਰਡਸ ਨੇ ਜਿਹੜੇ ਉਹ ਸਿੱਧਾ ਯਾਦ ਰੱਖੋਗੇ, ਹਰਮਨ ਹੋਲੀਰਥ। ਠੀਕ ਹੈ ਜੀ ਗੱਲ। ਹੁਣ ਮੈਂ ਤੁਹਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਹੋਰ ਯਾਦ ਕਰਾ ਦਿੰਦਾ, ਆਪਾਂ ਰੈਪੀਟੇਸ਼ਨ ਕਰਦੇ ਰਹਾਂਗੇ ਅਤੇ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਕੀ ਹੈ, ਫਿੱਟ ਹੋ ਜਾਣਗੀਆਂ। ਫਾਦਰ ਆਫ ਕੰਪਿਊਟਰ ਪੇਪਰ 'ਚ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਚਾਰਲਸ ਬੇਬਜ਼ ਆ। 2 ਦਸੰਬਰ ਨੂੰ ਕੰਪਿਊਟਰ ਲਿਟਰੇਸੀ ਡੇ ਮਨਾਇਆ ਜਾਂਦਾ ਹੈ, 2 ਦਸੰਬਰ ਨੂੰ। ਠੀਕ ਹੈ ਜੀ ਗੱਲ। ਤਾਂ ਫਾਦਰ ਆਫ ਜੇ ਸੁਪਰ ਕੰਪਿਊਟਰ ਪੁੱਛ ਲੈਣ ਪੇਪਰ 'ਚ ਤਾਂ ਤੁਸੀਂ ਕਹੋਗੇ ਜੀ ਸਾਈਮਰ ਕਰੇ ਆ। ਠੀਕ ਹੈ ਜੀ। ਫਸਟ ਸੁਪਰ ਕੰਪਿਊਟਰ ਆਫ ਵਰਲਡ ਪੁੱਛ ਲੈਣ ਪੇਪਰ ਦੇ ਵਿੱਚ ਤਾਂ ਤੁਸੀਂ ਕਹੋਗੇ ਜੀ CDC 6600 ਹੈ। ਠੀਕ ਹੈ ਜੀ। ਫਸਟ ਸੁਪਰ ਕੰਪਿਊਟਰ ਆਫ ਇੰਡੀਆ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਪਰਮ 8000 ਹੈ। ਠੀਕ ਹੈ। ਇੰਨਾ ਕੁ ਤਾਂ ਕਾਫੀ ਬੱਚਿਆਂ ਨੂੰ ਪਤਾ ਹੁੰਦਾ, ਪਰ ਪੇਪਰ 'ਚ ਇਹ ਪੁੱਛ ਲੈਂਦੇ ਨੇ ਕਿ ਪਰਮ 8000 ਨੂੰ ਕਿਹਨੇ ਡਿਵੈਲਪ ਕੀਤਾ ਸੀ, ਤਾਂ ਤੁਸੀਂ ਕਹੋਗੇ ਜੀ CDEC ਨੇ ਜਿਹੜਾ ਉਹ ਕੀ ਕੀਤਾ ਸੀਗਾ, ਡਿਵੈਲਪ ਕੀਤਾ ਸੀ ਪਰਮ 8000 ਨੂੰ। CDEC ਦੀ ਫੁੱਲ ਫਾਰਮ ਲਿਖ ਲਓ ਜੀ, ਸੈਂਟਰ ਫਾਰ ਡਿਵੈਲਪਿੰਗ ਐਡਵਾਂਸ ਕੰਪਿਊਟਿੰਗ। ਇਹ ਵੀ ਗੱਲ ਤੁਸੀਂ ਯਾਦ ਰੱਖੋਗੇ, ਸੈਂਟਰ ਫਾਰ ਡਿਵੈਲਪਿੰਗ ਐਡਵਾਂਸ ਕੰਪਿਊਟਿੰਗ। ਠੀਕ ਹੈ ਜੀ। ਇੰਨੀਆਂ ਕੁ ਗੱਲਾਂ ਤੁਸੀਂ ਜਿਹੜੀਆਂ ਉਹ ਯਾਦ ਰੱਖਣੀਆਂ ਨੇ। ਤਾਂ C ਆਪਸ਼ਨ ਹੈ ਜਿਹੜਾ ਇਹਦਾ ਕੀ ਆ ਜਾਊਗਾ, ਸਹੀ ਆਨਸਰ ਆ ਜਾਊਗਾ। ਮੈਮਰੀ ਵਿੱਚ ਫੋਰਗੈਟਸ ਐਵਰੀਥਿੰਗ ਵੈਨ ਯੂ ਸਵਿਚ ਆਫ ਦਾ ਪਾਵਰ ਇਜ਼ ਨੋਨ ਐਜ਼। ਦੇਖੋ ਜੀ, ਜਦੋਂ ਤੁਸੀਂ ਕੰਪਿਊਟਰ ਨੂੰ ਜਿਹੜਾ ਬੰਦ ਕਰ ਦਿੰਦੇ ਹੋ ਤਾਂ ਤੁਹਾਡੀ ਜਿਹੜਾ ਡਾਟਾ ਗਾ, ਜਦੋਂ ਤੁਸੀਂ ਸਪਲਾਈ ਬੰਦ ਕਰਤੀ ਤਾਂ ਤੁਹਾਡਾ ਜਿਹੜਾ ਮੈਮਰੀ ਹੈ ਉਹ ਵੀ ਕੀ ਹੋ ਜੂਗੀ, ਇਰੇਜ਼ ਹੋ ਜੂਗੀ, ਫੋਰਗੈਟ ਹੋ ਜੂਗੀ, ਨਿਕਲ ਜੂਗੀ। ਠੀਕ ਹੈ। ਤਾਂ ਉਹਨੂੰ ਕੀ ਕਿਹਾ ਜਾਂਦਾ, ਤਾਂ ਤੁਸੀਂ ਕਹੋਗੇ ਜੀ ਉਹਨੂੰ ਵੋਲਾਟਾਈਲ ਕਹੋਗੇ। ਠੀਕ ਹੈ ਜੀ ਗੱਲ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਜੀ, 2 ਤਰ੍ਹਾਂ ਦੀਆਂ ਮੈਮਰੀਜ਼ ਹੁੰਦੀਆਂ, ਪ੍ਰਾਇਮਰੀ ਮੈਮਰੀ
ਤੇ ਸੈਕੰਡਰੀ ਮੈਮਰੀ। ਪ੍ਰਾਇਮਰੀ ਮੈਮਰੀ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਗਈਆਂ ਜੀ, ਰੈਮ ਤੇ ਰੋਮ। ਠੀਕ ਹੈ, ਹੁਣ ਮੈਂ ਤੁਹਾਨੂੰ ਦੱਸ ਚੁੱਕਿਆ ਰੈਮ ਹੈ ਜਿਹੜਾ ਉਹ ਵੋਲਾਟਾਈਲ ਹੈ, ਰੋਮ ਹੈ ਜਿਹੜਾ ਉਹ ਨੋਨ ਵੋਲਾਟਾਈਲ ਹੈ। ਵੋਲਾਟਾਈਲ ਮਤਲਬ ਜੇ ਆਪਾਂ ਪਾਵਰ ਸਪਲਾਈ ਆਫ ਕਰ ਦਾਂਗੇ ਤਾਂ ਤੁਹਾਡਾ ਡਾਟਾ ਵੀ ਕੀ ਹੋ ਜਾਊਗਾ, ਇਰੇਜ਼ ਹੋ ਜਾਊਗਾ। ਤਾਂ ਬਹੁਤ ਵਾਰ ਕੁਐਸਚਨ ਹੈ ਜਿਹੜਾ ਦੇਖਿਆ ਗਿਆ। ਰੋਮ ਕੀ ਹੈ, ਨੋਨ ਵੋਲਾਟਾਈਲ ਹੈ, ਮਤਲਬ ਜੇ ਤੁਸੀਂ ਪਾਵਰ ਨੂੰ ਆਫ ਵੀ ਕਰ ਦੋਗੇ ਤਾਂ ਤੁਹਾਡਾ ਜਿਹੜਾ ਡਾਟਾ ਉਹ ਇਰੇਜ਼ ਨਹੀਂ ਹੁੰਦਾ। ਠੀਕ ਹੈ ਜੀ ਗੱਲ। ਸੈਕੰਡਰੀ ਮੈਮਰੀ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ ਜੀ, ਤਾਂ ਤੁਸੀਂ ਕਹੋਗੇ ਮੈਗਨੈਟਿਕ ਟੇਪ ਆ ਜਾਂਦੀ ਹੈ, ਮੈਗਨੈਟਿਕ ਡਿਸਕ ਆ ਜਾਂਦੀ ਹੈ, ਆਪਟੀਕਲ ਡਿਸਕ ਆ ਜਾਂਦੀ ਹੈ। ਆਪਟੀਕਲ ਡਿਸਕ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ, ਜਿਵੇਂ ਆਪਾਂ ਕਹਿ ਦਈਏ CD, ਠੀਕ ਹੈ, CD ਰੋਮ ਆ ਗਿਆ, ਠੀਕ ਹੈ ਜੀ, CDRW ਆ ਗਿਆ। ਇਹ ਸਾਰੀਆਂ ਕੀ ਨੇ ਜੀ, ਆਪਟੀਕਲ ਡਿਸਕ ਦੇ ਵਿੱਚ ਆ ਜਾਂਦੀਆਂ। CD ਦੀ ਫੁੱਲ ਫਾਰਮ ਪੇਪਰ 'ਚ ਪੁੱਛ ਲੈਣ, ਕੰਪੈਕਟ ਡਿਸਕ ਹੁੰਦੀ ਹੈ। CD ਰੋਮ ਦੀ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ, ਨੋਟ ਕਰੀ ਚੱਲਿਓ। CDRW ਦੇ ਵਿੱਚ ਕੀ ਹੈ ਜੀ, ਬੱਚੇ ਆ ਜਿਹੜੇ ਉਹ ਬਹੁਤ ਮਤਲਬ ਗਲਤੀ ਕਰਕੇ ਆਉਂਦੇ ਨੇ। CDRW ਕੰਪੈਕਟ ਡਿਸਕ ਰੀਰਾਈਟੇਬਲ, ਕੰਪੈਕਟ ਡਿਸਕ ਰੀਰਾਈਟੇਬਲ ਕੀ ਹੈ ਜੀ, ਇਹਦੀ ਫੁੱਲ ਫਾਰਮ ਹੈ। CDR ਦੀ ਪੇਪਰ ਦੇ ਵਿੱਚ ਪੁੱਛ ਲੈਣ, ਦੇਖੋ ਰਿਪੀਟ ਕਰਦਾ, CDR ਦੀ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਕੰਪੈਕਟ ਡਿਸਕ ਰਿਕਾਰਡੇਬਲ। ਠੀਕ ਹੈ ਜੀ ਗੱਲ, ਫੁੱਲ ਫਾਰਮ ਦੱਸੀਏ ਮੈਂ, ਕੰਪੈਕਟ ਡਿਸਕ ਰਿਕਾਰਡੇਬਲ। ਠੀਕ ਹੈ ਜੀ ਗੱਲ। ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਮੈਗਨੈਟਿਕ ਟੇਪ ਅਤੇ ਮੈਗਨੈਟਿਕ ਡਿਸਕ, ਇਹਦੇ ਤੇ ਉੱਤੇ ਕੁਐਸਚਨ ਬਹੁਤ ਆਉਂਦਾ ਜੀ। ਮੈਗਨੈਟਿਕ ਟੇਪ ਹੁੰਦੀ ਹੈ ਜਿਹੜੀ ਉਹ ਕੀ ਹੁੰਦੀ ਹੈ ਜੀ, ਸਿਕੁਐਂਸ਼ੀਅਲ ਐਕਸੈਸ ਹੁੰਦੀ ਹੈ। ਸਿਕੁਐਂਸ਼ੀਅਲ ਐਕਸੈਸ ਮਤਲਬ ਸੀਕੁਐਂਸ ਦੇ ਅਕੋਰਡਿੰਗ ਹੈ ਜਿਹੜੀ ਉਹ ਕੀ ਹੈ, ਚੱਲਦੀ ਹੈ। ਮੈਗਨੈਟਿਕ ਡਿਸਕ ਹੈ ਜਿਹੜੀ ਉਹ ਕੀ ਹੁੰਦੀ ਹੈ ਜੀ, ਡਾਇਰੈਕਟ ਐਕਸੈਸ ਹੁੰਦੀ ਹੈ। ਠੀਕ ਹੈ ਜੀ ਗੱਲ। ਮੈਗਨੈਟਿਕ ਡਿਸਕ ਪੇਪਰ 'ਚ ਪੁੱਛ ਲੈਣ, ਮੈਗਨੈਟਿਕ ਡਿਸਕ ਇਜ਼ ਕੋਟਡ ਵਿਦ, ਤਾਂ ਤੁਸੀਂ ਕਹੋਗੇ ਜੀ ਆਇਰਨ ਆਕਸਾਈਡ ਦੇ ਨਾਲ ਕੀ ਕੀਤੀ ਹੁੰਦੀ ਹੈ, ਉਹ ਕੋਟ ਕੀਤੀ ਹੁੰਦੀ ਹੈ। ਠੀਕ ਹੈ ਜੀ ਗੱਲ। ਤਾਂ ਇਹ ਵੀ ਗੱਲ ਤੁਸੀਂ ਯਾਦ ਰੱਖੋਗੇ। ਅਤੇ ਬਸ ਇੰਨੀ ਕੁ ਇਨਫੋਰਮੇਸ਼ਨ ਇਹਦੇ ਲਈ ਕਾਫੀ ਹੈ। ਤਾਂ ਜਿਹੜਾ ਇਹਦਾ ਸਹੀ ਆਨਸਰ ਆਉਣਾ ਸੀ ਉਹ ਕੀ ਆਉਣਾ ਸੀ, ਵੋਲਾਟਾਈਲ ਹੈ ਜਿਹੜਾ ਉਹ ਸਹੀ ਆਨਸਰ ਆਉਣਾ ਸੀ। ਐਨ ਇਮੇਜ ਐਡੀਟਿੰਗ ਸੋਫਟਵੇਅਰ ਇਨ ਵਿਚ ਵੀ ਕੈਨ ਡਰਾ ਐਂਡ ਐਡਿਟ ਇਮੇਜ, ਮਤਲਬ ਜਿੱਥੇ ਤੁਸੀਂ ਕੀ ਹੈ ਜੀ ਆਪਦੀਆਂ ਇਮੇਜਸ ਨੇ ਜਿਹੜੀਆਂ ਫੋਟੋਆਂ ਨੇ ਉਹ ਕੀ ਹੈ ਜੀ ਐਡਿਟ ਕਰ ਸਕਦੇ ਹੋ। ਤਾਂ ਉਹਦੇ ਵਾਸਤੇ ਕੀ ਵਰਤਿਆ ਜਾਂਦਾ, ਤੁਸੀਂ ਕਹੋਗੇ ਜੀ ਕੋਰਲ ਡਰਾ ਵਰਤਿਆ ਜਾਂਦਾ। ਤਾਂ ਸਿੱਧਾ ਤੁਹਾਨੂੰ ਯਾਦ ਰੱਖਣਾ ਪੈਣਾ ਹੈ, ਇੰਪੋਰਟੈਂਟ ਹੈ। ਠੀਕ ਹੈ ਜੀ ਗੱਲ। ਅਤੇ ਫੋਟੋ ਜਿਹੜੀ ਆਪਣੀ ਫੋਟੋ ਹੁੰਦੀ ਹੈ ਉਹਦੀ ਐਕਸਟੈਂਸ਼ਨ ਕੀ ਹੁੰਦੀ ਹੈ, .jpeg ਕੀ ਹੁੰਦੀ ਹੈ, ਉਹਦੀ ਐਕਸਟੈਂਸ਼ਨ ਹੁੰਦੀ ਹੈ। ਤਾਂ ਤੁਸੀਂ ਯਾਦ ਰੱਖੋਗੇ JPEG ਦੀ ਫੁੱਲ ਫਾਰਮ ਪੇਪਰ 'ਚ ਪੁੱਛ ਲੈਂਦੇ ਆ, ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ। ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ ਕੀ ਹੈ ਜੀ, ਇਹਦੀ ਫੁੱਲ ਫਾਰਮ ਹੈ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖੋਗੇ। ਇੱਕ ਹੋਰ ਹੁੰਦੀ ਹੈ ਜੀ MPEG। ਠੀਕ ਹੈ ਜੀ ਗੱਲ। ਤਾਂ ਇਹਦੀ ਫੁੱਲ ਫਾਰਮ ਪੁੱਛ ਲੈਂਦੇ ਆ, ਮੋਸ਼ਨ ਪਿਕਚਰ ਐਕਸਪਰਟ ਗਰੁੱਪ। ਠੀਕ ਹੈ, ਇੰਨੀ ਗੱਲ ਤੁਸੀਂ ਯਾਦ ਰੱਖੋਗੇ। C ਆਪਸ਼ਨ ਹੈ ਜਿਹੜਾ ਇਹਦਾ ਕੀ ਆਊਗਾ, ਸਹੀ ਆਨਸਰ ਆਊਗਾ। ਵਾਟ ਇਜ਼ ਵਾਰਮ ਬੂਟਿੰਗ, ਦੇਖੋ ਜੀ ਪਹਿਲਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਸਮਝਾ ਦਿੰਦਾ। ਦੋ ਤਰ੍ਹਾਂ ਦੀਆਂ ਬੂਟਿੰਗਾਂ ਹੁੰਦੀਆਂ ਨੇ। ਠੀਕ ਹੈ, ਇੱਕ ਹੁੰਦੀ ਹੈ ਵਾਰਮ ਬੂਟਿੰਗ, ਇੱਕ ਹੁੰਦੀ ਹੈ ਜੀ ਕੋਲਡ ਬੂਟਿੰਗ। ਠੀਕ ਹੈ, ਵਾਰਮ ਬੂਟਿੰਗ ਕਿਹੜੀ ਹੁੰਦੀ ਹੈ ਜੀ, ਜਦੋਂ ਤੁਸੀਂ ਕੰਪਿਊਟਰ ਨੂੰ ਚੱਲਦੇ ਨੂੰ ਸਿੱਧਾ ਬੰਦ ਕਰ ਦਿਓ, ਮਤਲਬ ਸੁੱਚ ਤੋਂ ਬੰਦ ਕਰ ਦਿਓ ਜਾਂ ਜਿਵੇਂ ਵੀ ਬੰਦ ਕਰ ਦਿਓ, ਜਾਂ ਲਾਈਟ ਵਗ ਗਈ ਤਾਂ ਸਿੱਧਾ ਬੰਦ ਹੋ ਜਾਂਦਾ ਹੈ। ਤਾਂ ਉਹ ਕੀ ਕਹਾਉਂਦੀ ਹੈ ਜੀ, ਵਾਰਮ ਬੂਟਿੰਗ ਕਹਾਉਂਦੀ ਹੈ। ਕੋਲਡ ਬੂਟਿੰਗ ਕਿਹੜੀ ਕਹਾਉਂਦੀ ਹੈ ਜੀ, ਜਿਹਦੇ ਵਿੱਚ ਆਪਾਂ ਪ੍ਰੋਪਰ ਉਹਨੂੰ ਸ਼ਟ ਡਾਊਨ ਕਰਦੇ ਹਾਂ। ਠੀਕ ਹੈ ਜੀ ਗੱਲ। ਤਾਂ ਉਹ ਹੁੰਦੀ ਹੈ ਕੋਲਡ ਬੂਟਿੰਗ। ਠੀਕ ਹੈ, ਹੁਣ ਇਹਨੇ ਕੀ ਪੁੱਛਿਆ ਜੀ, ਵਾਰਮ ਬੂਟਿੰਗ ਕੀ ਹੁੰਦੀ ਹੈ। ਤਾਂ ਆਪਾਂ ਆਪਸ਼ਨ ਪੜ੍ਹਦੇ ਹਾਂ ਅਤੇ ਜਵਾਬ ਲੈਂਦੇ ਹਾਂ। ਵੈਨ ਕੰਪਿਊਟਰ ਇਜ਼ ਟਰਨਡ ਔਨ ਆਫਟਰ ਇਟ ਹੈਜ਼ ਬੀਨ ਕੰਪਲੀਟਲੀ ਸ਼ਟ ਡਾਊਨ, ਨਹੀਂ ਜੀ। ਤਾਂ ਜੇ ਵਾਰਮ ਬੂਟਿੰਗ ਹੈ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਇਹਨੂੰ ਕੀ ਹੈ ਜੀ, ਮਤਲਬ ਸਿੱਧਾ ਬੰਦ ਕਰਤਾ, ਪਰ ਇਹ 'ਚ ਤਾਂ ਸ਼ਟ ਡਾਊਨ ਕੀਤਾ। ਤਾਂ ਇਹ ਆਪਸ਼ਨ ਕੀ ਹੈ ਜੀ, ਇਹ ਗਲਤ ਹੋ ਗਈ। ਤਾਂ ਵੈਨ ਕੰਪਿਊਟਰ ਇਜ਼ ਰੀਸਟਾਰਟਡ ਬਾਏ ਪ੍ਰੈਸਿੰਗ ਦਾ ਰੀਸਟਾਰਟ ਬਟਨ, ਦੇਖੋ ਤੁਸੀਂ ਕੀ ਕੀਤਾ, ਤੁਹਾਡਾ ਕੰਪਿਊਟਰ ਚੱਲੀ ਜਾਂਦਾ, ਤੁਸੀਂ ਕੀ ਕੀਤਾ, ਰੀਸਟਾਰਟ ਵਾਲਾ ਬਟਨ ਨਾ ਪਤਾ, ਤਾਂ ਉਹ ਕੀ ਹੁੰਦੀ ਹੈ ਜੀ, ਫਿਰ ਸਿੱਧਾ ਹੀ ਬੰਦ ਕਰਨ ਵਾਲੀ ਗੱਲ ਹੀ ਹੋ ਗਈ। ਤਾਂ ਉਹ ਜਿਹੜਾ ਇਹਦਾ ਮਤਲਬ ਕੀ ਆ ਗਿਆ, ਇਹ ਵਾਰਮ ਬੂਟਿੰਗ ਦੀ ਆਪਸ਼ਨ ਸਹੀ ਆ ਗਈ। ਤਾਂ B ਆਪਸ਼ਨ ਹੈ ਜਿਹੜਾ ਇਹਦਾ ਕੀ ਆਊਗਾ, ਸਹੀ ਆਨਸਰ ਆਊਗਾ। ਤਾਂ ਯਾਦ ਰੱਖਿਓ ਦੋ ਤਰ੍ਹਾਂ ਦੀ ਬੂਟਿੰਗ ਹੁੰਦੀਆਂ ਨੇ, ਵਾਰਮ ਬੂਟਿੰਗ ਅਤੇ ਕੋਲਡ ਬੂਟਿੰਗ। ਠੀਕ ਹੈ ਜੀ ਗੱਲ। ਵਿਚ ਆਫ ਦਾ ਫੋਲੋਇੰਗ ਇਜ਼ ਫੰਕਸ਼ਨ ਆਫ ਆਪਰੇਟਿੰਗ ਸਿਸਟਮ, ਕਹਿੰਦਾ ਇਹਨਾਂ ਵਿੱਚੋਂ ਦੱਸੋ ਜੀ ਕਿਹੜੇ ਕਿਹੜੇ ਕੰਮ ਨੇ ਜਿਹੜੇ ਆਪਰੇਟਿੰਗ ਸਿਸਟਮ ਦੇ ਨੇ। ਪਹਿਲੀ ਗੱਲ ਤਾਂ ਤੁਹਾਨੂੰ ਮੈਂ ਆਪਰੇਟਿੰਗ ਸਿਸਟਮ ਬਾਰੇ ਦੱਸ ਦਿੰਦਾ। ਜਿਵੇਂ ਆਪਣਾ ਕੀ ਹੈ ਜੀ, ਜੇ ਤੁਹਾਡੇ ਕੰਪਿਊਟਰ ਦੇ ਵਿੱਚ ਕੰਪਿਊਟਰ ਚੱਲੂਗਾ ਹੀ ਨਹੀਂ ਜਿੰਨਾ ਚਿਰ ਤੁਹਾਡੇ ਕੋਲ ਕੀ ਹੈ ਜੀ, ਉਹਦੇ ਵਿੱਚ ਕੀ ਆਪਰੇਟਿੰਗ ਸਿਸਟਮ ਨਹੀਂ ਹੈਗਾ। ਠੀਕ ਹੈ, ਤਾਂ ਇਹ ਪੇਪਰ ਦੇ ਵਿੱਚ ਕਈ ਵਾਰ ਪੁੱਛਿਆ ਹੋਇਆ ਕੁਐਸਚਨ ਹੈ, ਕੰਪਿਊਟਰ ਡਜ਼ ਨਾਟ ਸਟਾਰਟ ਇਫ ਇਟ ਹੈਜ਼ ਨਾਟ, ਤਾਂ ਖਾਲੀ ਥਾਂ ਪਾ ਦੂਗਾ। ਉਹਦੇ ਬਾਅਦ ਤਾਂ ਤੁਸੀਂ ਕਹੋਗੇ ਜੀ ਆਪਰੇਟਿੰਗ ਸਿਸਟਮ। ਕਹਿੰਦਾ ਕੰਪਿਊਟਰ ਚੱਲੂਗਾ ਹੀ ਨਹੀਂ ਜਿੰਨਾ ਚਿਰ ਤੁਹਾਡੇ ਕੋਲ ਆਪਰੇਟਿੰਗ ਸਿਸਟਮ ਹੈ ਜਿਹੜਾ ਉਹ ਨਹੀਂ ਹੋਊਗਾ। ਠੀਕ ਹੈ ਜੀ ਗੱਲ। ਤਾਂ ਕਿਹੜੇ ਕਿਹੜੇ ਕੰਮ ਹੈ ਜਿਹੜਾ ਇਹਨਾਂ ਹੇਠ ਲਿਖਿਆਂ ਵਿੱਚੋਂ ਜਿਹੜੇ ਆਪਰੇਟਿੰਗ ਸਿਸਟਮ ਦੇ ਕੰਮ ਹੈਗੇ ਆ, ਤਾਂ ਪ੍ਰੋਸੈਸ ਐਂਡ ਮੈਮਰੀ ਮੈਨੇਜਮੈਂਟ ਕਰਦਾ, ਇਹ ਬਿਲਕੁਲ ਇਹ ਗੱਲ ਸਹੀ ਹੈ ਜੀ। ਫਾਈਲ ਮੈਨੇਜਮੈਂਟ ਕਰਦਾ, ਫਾਈਲਾਂ ਨੂੰ ਮੈਨੇਜ ਕਰਦਾ। ਠੀਕ ਹੈ ਜੀ, ਇਹ ਵੀ ਗੱਲ। ਇਨਪੁੱਟ ਅਤੇ ਆਊਟਪੁੱਟ ਨੂੰ ਮੈਨੇਜਮੈਂਟ ਕਰਦਾ ਇਹਦੀ। ਠੀਕ ਹੈ, ਇਹ ਵੀ ਗੱਲ ਸਹੀ ਹੈ। ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜਾਊਗਾ D ਆ ਜਾਊਗਾ। ਸਾਰੇ ਕੰਮ ਹੈ ਜਿਹੜੇ ਉਹ ਕਰਦਾ ਹੈ, ਤਾਂ ਇਹਦਾ ਧਿਆਨ ਰੱਖਿਓ। ਠੀਕ ਹੈ ਜੀ ਗੱਲ। ਅਤੇ ਆਪਾਂ ਹੋਰ ਕੀ ਯਾਦ ਰੱਖ ਸਕਦੇ ਹਾਂ, ਆਪਾਂ ਥੋੜ੍ਹੀਆਂ ਜਿਹੀਆਂ ਸ਼ਾਰਟਕੱਟ ਕੀਜ਼ ਪੜ੍ਹ ਲੈਂਦੇ ਹਾਂ, ਰਿਵਾਈਜ਼ ਕਰ ਲੈਂਦੇ ਹਾਂ। ਤੁਹਾਨੂੰ ਪੁੱਛ ਲੂ ਪੇਪਰ ਦੇ ਵਿੱਚ, ਸ਼ਿਫਟ +,
स्पेस दोने इकट्ठियां याद रखनियां ने, कंट्रोल प्लस स्पेस। ठीक है जी, तो कंट्रोल प्लस स्पेस की दी शॉर्टकट की है, तो ये है जी ये काहदे वास्ते वरती जाती है जी, सिलैक्ट अंटायर कॉलम। ठीक है जी, शिफ्ट प्लस स्पेस है जी काहदे वास्ते वरती जाती है, सिलैक्ट अंटायर रो। ठीक है जी, ये गल तुसीं याद रखोगे, दोने इकट्ठियां शॉर्टकट कीज़ ने जिहड़ियां याद रखोगे। कुछ कुछ शॉर्टकट कीज़ मैं तुहानूं होर भी याद करा देना, जिवें कि आपां कर लैंदे आ कंट्रोल प्लस डी, ये पेपर च बहुत आई हुई है, तो यदा जोड़ा आऊगा जी फिल द सैल। बच्चों PhD ना करो, सीधा सीधा याद रख लो, लिख के प्रैक्टिस करोगे तो वध याद होगा, कदे नहीं भुलोगे। कंट्रोल प्लस डी काहदे वास्ते है जी, फिल द सैल वास्ते है। ठीक है, दो होर याद करा देना जी, कंट्रोल प्लस शिफ्ट प्लस प्लस। ठीक है जी, एक होर याद लिखो, दोनों इकट्ठियां याद करोगे आ वालियां। ठीक है, कंट्रोल प्लस इक्वल। ठीक है जी, तो कंट्रोल प्लस शिफ्ट प्लस प्लस ये किहदी शॉर्टकट की है, तो तुसीं कहोगे जी सुपर स्क्रिप्ट की शॉर्टकट की है। कंट्रोल प्लस इक्वल है जी किहदी है जी, सब स्क्रिप्ट की जी शॉर्टकट की है। ठीक है जी, हुण कई बच्चों को ये नहीं पता होना सुपर स्क्रिप्ट की होंदी है। सुपर स्क्रिप्ट की होंदी है, मैं कहता जी x की पावर 3, तो 3 की है जी, ये की है मतलब सुपर स्क्रिप्ट लगी हुई है। ठीक है, जिवें हुण मैं गल करा H2O, ਆਪਾਂ 2 है जिहड़ा थल्ले लिख दिंदे आ, तो 2 है जिहड़ा है जी सबस्क्रिप्ट है। तो पेपर दे विच ये दोनों क्वेश्चन है जिहड़े पुट कीते हुए ने, तो ध्यान नाल इहनूं चीज़ नूं पढ़ लिओ, तो इहदा डी ऑप्शन है जिहड़ा इहदा सही आंसर आ जाऊगा। विच ऑफ द फॉलोइंग इज़ एन एग्जाम्पल ऑफ सिंगल यूज़र ऑपरेटिंग सिस्टम। देखो जी, पहला तो मैं तुहानूं थोड़ा जिहा देसी भाषा समझा देना है। एक हुंदा जी सिंगल यूज़र ऑपरेटिंग सिस्टम, एक हुंदा जी मल्टी यूज़र ऑपरेटिंग सिस्टम। बस लम्मा नहीं पढ़ना इनू, ठीक है, जिन्ना समझाऊँगा उन्ना की काफ़ी आ। सिंगल यूज़र ऑपरेटिंग सिस्टम हुंदा जिहड़ा जिहदे विच सिर्फ तो सिर्फ एक ऑपरेटिंग सिस्टम मतलब की होवे। एक ऑपरेटिंग सिस्टम मतलब जिते एक बंदा बह के एक ऑपरेटिंग सिस्टम ते ही काम कर सके, वो सिंगल यूज़र ऑपरेटिंग सिस्टम हुंदा है। मल्टी यूज़र जिथे की है जी, मल्टी जिहड़े परसनस ने की ने उहनूं हैंडल कर सकन, मतलब एक ऑपरेटिंग सिस्टम। जिवें कि आपां कह दईए बैंक्स दे विच की है, डाटा हुंदा जिहड़ा ਉਹ कोई क्लैरिकल लैवल का बंदे कोल भी हुंदा है। ठीक है, ਉਹਨੂੰ ही मतलब लॉग इन कर लैंदा कोई मैनेजर लैवल का बंदा ਉਹੀ कंप्यूटर ਨੂੰ, ਤਾਂ ਉਹਦੇ ਵਿੱਚ ਕੀ ਹੁੰਦਾ ਜੀ मल्टी यूज़र ऑपरेटिंग सिस्टम ਹੁੰਦਾ है। ठीक है जी, गल ਤਾਂ ਆਪਾਂ ਕੀ ਲੱਭਣਾ ਇਹਦੇ ਵਿੱਚ सिंगल यूज़र ऑपरेटिंग सिस्टम। ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਜੀ ਉਹ ਕੀ ਆਊਗਾ ਜੀ MS DOS। ठीक है, DOS ਆ ਜਿਹੜਾ ਉਹ ਕੀ ਹੈ सिंगल यूज़र ऑपरेटिंग सिस्टम है। ठीक है जी, गल DOS ਦੀ पेपर ਦੇ ਵਿੱਚ फुल फॉर्म ਪੁੱਛ ਲੈਂਦੇ ਆ, ਤਾਂ ਤੁਸੀਂ ਕਹੋਗੇ ਜੀ डिस्क ऑपरेटिंग सिस्टम की है जी, DOS की फुल फॉर्म है। DOS तो इलावा होर सिंगल यूज़र ऑपरेटिंग सिस्टम किहड़ा आ गया जी, ब्लैकबेरी। ठीक है, तो ब्लैकबेरी के फोन आते सी, देसी भाषा तुहानूं मैं दसां जी, फोन आते होंदे सीगे। ठीक है, हुण जिवें अजकल के फोन ने, ठीक है, उन्हां विच एंड्रॉयड सिस्टम आउंदा है। ठीक है जी, गल तो एंड्रॉयड है जिहड़ा जावा का मतलब की आपां कह दईए एक ऑपरेटिंग सिस्टम है। ठीक है, ब्लैकबेरी की है, ब्लैकबेरी उन्हां दा ऑपरेटिंग सिस्टम ही अलग है। ठीक है, तां करके उहदा जिहड़ा नाम आ वो ब्लैकबेरी पिया। ब्लैकबेरी वालिਆਂ ਦਾ ਜਿਹੜਾ मतलब एंड्रॉयड आ, ठीक है जी, गल तो उन्हां दा जिहड़ा एंड्रॉयड का नाम आ वो ब्लैकबेरी है। हुण अपने जिहड़े नॉर्मल फोन ने उन्हां दा जिहड़ा एंड्रॉयड आ वो एंड्रॉयड आ। ठीक है जी, गल मेरी समझे, तां करके जिहड़ा ब्लैकबेरी वो की है सिंगल यूज़र ऑपरेटिंग सिस्टम है, उन्हां दा आप दा एक की हैगा ऑपरेटिंग सिस्टम है। ठीक है जी, तो इन्नियां गल्लां तुसीं की है याद रखोगे। विच ऑफ द फॉलोइंग इज़ एन मल्टी यूज़र ऑपरेटिंग सिस्टम। ठीक है जी, इन्हां विचों दसो किहड़ा मल्टी यूज़र ऑपरेटिंग सिस्टम है। यूनिक्स बिल्कुल हैगा जी, लाइनक्स ये भी मल्टी यूज़र है, विंडो 2000 एंड विंडो 2007 ये की है जी, ये भी मल्टी यूज़र ऑपरेटिंग सिस्टम है। तो ऑल ऑफ द अबव इहदा जिहड़ा हो जाऊगा वो सही आंसर आ जाऊगा। ठीक है जी, गल याद रखोगे, इंपॉर्टेंट आ। थोड़ियां जी शॉर्टकट कीज़ आपां होर पढ़ लैंदे आ, पेपर च तुहानूं पुछ लैण F7 किहदे वास्ते वरत्या जाता, तो तुसीं कहोगे जी स्पैल चैकिंग वास्ते वरत्या जाता। ये पेपर दे विच तुसीं पक्का देखोगे, यही देखोगे, हर एक पेपर दे विच क्वेश्चन ये पाया हुंदा है। पर जवाकां दा कच्चा उदों वज जांदा, एग्जामिनर की करदा हैगा F7 दे नाल की करदा हैगा जी, शिफ्ट पा दिंदा है। शिफ्ट प्लस F7 की शॉर्टकट की है, तो तुसीं कहोगे जी थिसैरस। ठीक है जी, थिसैरस की है, थिसैरस की है मैं पहलां वाली वीडियो दे विच भी दस्सिया होया, ये भी पेपर दे विच पक्का आउंदा जी। काहदे वास्ते वरत्या जाता है जी, सिनोनिम्स एंड एंटोनियम्स वास्ते। ठीक है जी, गल थिसैरस की हुंदी है। ठीक है जी, गल तो थिसैरस सिनोनिम ते एंटोनियम वास्ते वरत्या जाता है। शिफ्ट प्लस F7 की है जी, इहदी शॉर्टकट की है। ठीक है, तो एक होर हुंदा जी कॉपीराइट वास्ते की है शॉर्टकट की है, किहड़ी है, तो पेपर च पुछ लैंदे आ, तो तुसीं कहोगे जी अल्ट कंट्रोल प्लस C है जिहड़ा की है जी, कॉपीराइट वास्ते जिहड़ी हैगी आ वो शॉर्टकट की है। ठीक है, तो आपां होर डिस्कशन कर सकते हैं शिफ्ट
प्लस F9 शिफ्ट प्लस F9 ਇਹ ਵੀ ਪੇਪਰ ਦੇ ਵਿੱਚ ਆਇਆ ਹੋਇਆ ਜੀ। ਤਾਂ यूज़ टू इंसर्ट ब्लैंक फील्ड ऑन वर्ड फाइल। ਬੱਚਿਓ ਇਹ ਪੇਪਰ ਦੇ ਵਿੱਚ ਆਏ ਹੋਏ ਨੇ ਜੀ ਇਹ ਸ਼ਾਰਟਕਟ ਕੀਜ਼, ਭਾਵੇਂ ਚੱਕ ਕੇ ਦੇਖ ਲਓ ਪ੍ਰੀਵੀਅਸ ਈਅਰ ਪੇਪਰ, ਤਾਂ ਧਿਆਨ ਨਾਲ ਇਹਨਾਂ ਨੂੰ ਨੋਟ ਕਰ ਲਿਓ, ਠੀਕ ਹੈ, ਅਤੇ ਰਿਵਾਈਜ਼ ਕਰਦੇ ਰਿਹਾ ਕਰੋ ਤਾਂ ਇਹ ਫਿਰ ਯਾਦ ਹੋਣਗੇ। ਠੀਕ ਹੈ ਜੀ, ਤਾਂ ਅੱਜ ਹੀ ਆਪਾਂ ਬਸ ਇੰਨੇ ਕੁਐਸਚਨਸ ਨਾਲ ਆਪਣੀ ਵੀਡੀਓ ਦਾ ਕੀ ਕਰਦੇ ਹਾਂ, ਅੰਤ ਕਰਦੇ ਹਾਂ। ਤਾਂ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਦਿਆ ਕਰੋ ਵੀ ਆਪਾਂ ਹੋਰ ਕੀ ਚੀਜ਼ ਇੰਪਰੂਵ ਕਰ ਸਕਦੇ ਹਾਂ। ਅਤੇ ਤੁਹਾਡੀ ਜਿਹੜੀ ਹੱਲਾਸ਼ੇਰੀ ਹੈ, ਤੁਹਾਡੀ ਜਿਹੜੀ ਮੋਟੀਵੇਸ਼ਨ ਆ, ਠੀਕ ਹੈ, ਉਹ ਮੈਨੂੰ ਹੋਰ ਜ਼ਿਆਦਾ ਮਤਲਬ ਪ੍ਰੇਰਿਤ ਕਰਦੀ ਹੈ ਕਿ ਮੈਂ ਹੋਰ ਜ਼ਿਆਦਾ ਵੀਡੀਓਜ਼ ਬਣਾਵਾਂ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ।